ਤਰਨਤਾਰਨ ਕਤਲ ਮਾਮਲੇ ਵਿੱਚ 4 ਦੇ ਉੱਤੇ ਪਰਚਾ, ਪਰ 24 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ। ਕੱਲ ਸ਼ਰੇਆਮ ਹੋਇਆ ਸੀ ਕੱਪੜਾ ਵਪਾਰੀ ਗੁਰਜੰਟ ਦਾ ਦੁਕਾਨ ਦੇ ਵਿੱਚ ਵੜ ਕੇ ਕਤਲ। ਮੇਰੇ ਪੁੱਤ ਨੂੰ ਮਾਰਿਆ, ਮੈਨੂੰ ਵੀ ਮਾਰ ਦਿਓ। ਨਿਊਜ਼ 18 ਤੇ ਮ੍ਰਿਤਕ ਗੁਰਜੰਟ ਦੇ ਪਿਤਾ ਦੀ ਗੈਂਗਸਟਰ ਲਖਬੀਰ ਲੰਡਾ ਨੂੰ ਅਪੀਲ। ਕਿਹਾ, ਮੇਰੇ ਤੇ ਤਾਂ ਪਹਿਲਾਂ ਹੀ ਹੈ 40 ਲੱਖ ਰੁਪਏ ਦਾ ਕਰਜ਼। ਗੈਂਗਸਟਰ ਲਖਬੀਰ ਲੰਡਾ ਨੇ ਲਈ ਤਰਨਤਾਰਨ ਕਤਲकांड ਦੀ ਜ਼ਿੰਮੇਵਾਰੀ। ਕਿਹਾ, ਪੁਲਿਸ ਦੇ ਲਈ ਮੁਖਬਰੀ ਕਰਦਾ ਸੀ ਗੁਰਜੰਟ। ਆਪਣੀ ਚਚੇਰੇ ਭਰਾ ਅਰਸ਼ਦੀਪ ਦੇ ਖਿਲਾਫ ਕਰ ਰਿਹਾ ਸੀ ਸਾਜ਼ਿਸ਼ਾਂ। FIR ਦੇ ਵਿੱਚ ਲੰਡਾ ਸਣੇ 4 ਮੁਲਜ਼ਮ ਨਾਮਜ਼ਦ। ਦੀਪਕ ਟੀਨੂ ਫਰਾਰ ਮਾਮਲੇ 'ਚ ਅਪਡੇਟ। ਪੁਲਿਸ ਨੂੰ ਟੀਨੂ ਦੇ 2 ਭਰਾਵਾਂ ਦੀ ਹੁਣ ਭਾਲ। ਚਿਰਾਗ ਅਤੇ ਬਿੱਟੂ ਨੇ ਟੀਨੂ ਨੂੰ ਭਜਾਉਣ ਦੀ ਕੀਤੀ ਸੀ ਮਦਦ। ਫਰਾਰ ਗੈਂਗਸਟਰ ਦੀਪਕ ਟੀਨੂ ਤੇ ਵੱਡਾ ਖੁਲਾਸਾ। ਨਿਊਜ਼ 18 ਦੇ ਸੂਤਰਾਂ ਮੁਤਾਬਕ ਮੌਰੀਸ਼ਸ ਦੇ ਰਸਤੇ ਅਫਰੀਕਾ ਪਹੁੰਚ ਚੁੱਕਿਆ ਟੀਨੂ। ਭਾਰਤ ਤੋਂ ਸਿੱਧਾ ਗਿਆ ਸੀ ਮੌਰੀਸ਼ਸ। ਕੁਮਾਰ ਵਿਸ਼ਵਾਸ ਅਤੇ ਤਜਿੰਦਰਪਾਲ ਬੱਗਾ ਨੂੰ ਵੱਡੀ ਰਾਹਤ। ਪੰਜਾਬ ਹਰਿਆਣਾ ਹਾਈ ਕੋਰਟ ਨੇ FIR ਕੀਤੀ ਰੱਦ। ਕੇਜਰੀਵਾਲ ਦੇ ਖਿਲਾਫ ਟਿੱਪਣੀਆਂ ਨੂੰ ਲੈ ਕੇ ਦਰਜ ਕੀਤਾ ਗਿਆ ਸੀ ਕੇਸ। ਹੱਕ ਦੇ ਵਿੱਚ ਫੈਸਲਾ ਆਉਣ ਤੇ ਕੁਮਾਰ ਵਿਸ਼ਵਾਸ ਅਤੇ ਬੱਗਾ ਦਾ ਕੇਜਰੀਵਾਲ ਤੇ ਤਿੱਖਾ ਅਟੈਕ। ਨਿਊਜ਼ 18 ਤੇ ਵਿਸ਼ਵਾਸ ਬੋਲੇ, ਮੇਰੇ ਬੋਲਾਂ ਤੋਂ ਡਰਦਾ ਹੈ ਕੇਜਰੀਵਾਲ, ਮਾਨ ਦੀ ਪਿੱਠ ਦੇ ਵਿੱਚ ਵੀ ਮਾਰੇਗਾ ਛੁਰਾ। ਤਾਂ ਬੱਗਾ ਦਾ ਬਿਆਨ ਵੀ ਆਇਆ ਸਾਹਮਣੇ। ਬੋਲੇ, ਸਤਿਅਮੇਵ ਜਯਤੇ। SIT ਨੇ ਕਰੀਬ 3 ਘੰਟੇ ਤੱਕ ਪ੍ਰਕਾਸ਼ ਸਿੰਘ ਬਾਦਲ ਤੋਂ ਕੀਤੀ ਪੁੱਛਗਿੱਛ। ਕੋਟਪੁਰਾ ਗੋਲੀकांड ਨੂੰ ਲੈ ਕੇ ਹੋਏ ਸਵਾਲ ਜਵਾਬ। ਸਾਲ 2015 ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਉੱਤੇ ਪੁਲਿਸ ਨੇ ਚਲਾਈਆਂ ਸਨ ਗੋਲੀਆਂ। ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ BKU ਗ੍ਰਾਹਾਂ ਦਾ ਪੱਕਾ ਮੋਰਚਾ ਜਾਰੀ। ਲਗਾਤਾਰ ਚੌਥੇ ਦਿਨ ਵੀ ਡਟੇ ਹੋਏ ਨੇ ਕਿਸਾਨ। ਸੜਕ ਤੇ ਹੀ ਬਿਤਾ ਰਹੇ ਦਿਨ ਰਾਤ। ਰੇਲਵੇ ਮੁਲਾਜ਼ਮਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ। 11.27 ਲੱਖ ਮੁਲਾਜ਼ਮਾਂ ਨੂੰ ਮਿਲੇਗਾ 78 ਦਿਨਾਂ ਦਾ ਬੋਨਸ। ਮੋਦੀ ਕੈਬਨਿਟ ਦਾ ਫੈਸਲਾ। ਤਿਉਹਾਰਾਂ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਹਦਾਇਤਾਂ ਜਾਰੀ। ਦੀਵਾਲੀ ਅਤੇ ਗੁਰਪੁਰਬ ਵਾਲੇ ਦਿਨ ਰਾਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਪਟਾਕੇ ਚਲਾਉਣ ਦੀ ਛੋਟ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ ਇਸ ਵੱਡੀ ਖਬਰ ਦੇ ਨਾਲ। ਅੱਜ ਫਰਕ ਤਾਂ ਪੈਂਦਾ ਹੈ ਇਹਦੇ ਵਿੱਚ ਜ਼ਿਕਰ ਉਸ ਗੱਲ ਦਾ, ਉਸ ਖਬਰ ਦਾ ਜੋ ਤਰਨਤਾਰਨ ਦੇ ਵਿੱਚ ਘਟਨਾ ਵਾਪਰੀ ਹੈ। ਤੇ ਜਦੋਂ ਕਿਸੇ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ, ਮਾਰ ਦਿੱਤਾ ਜਾਂਦਾ ਹੈ ਤੇ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰਦਾ, ਤੇ ਫਿਰ ਸਾਨੂੰ ਕਹਿਣਾ ਪੈਂਦਾ ਹੈ ਕਿ ਆਮ ਸ਼ਖਸ ਦੇ ਉੱਤੇ ਹੋਏ ਹਮਲੇ ਦੇ ਨਾਲ ਫਰਕ ਨਹੀਂ ਪੈ ਰਿਹਾ। ਆਮ ਸ਼ਖਸ ਦੇ ਹੋਏ ਕਤਲ ਦੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਫਰਕ ਨਹੀਂ ਪੈ ਰਿਹਾ। ਜੇ ਤੁਸੀਂ ਇਸ ਸਮੇਂ ਤਰਨਤਾਰਨ ਦੇ ਵਿੱਚੋਂ ਜਾਂ ਤਲਵੰਡੀ ਸਾਬੋ ਚੋਂ, ਤੁਸੀਂ ਬਠਿੰਡਾ ਚ, ਬਰਨਾਲਾ ਚੋਂ ਜਾਂ ਫਿਰ ਬਟਾਲਾ ਦੇ ਵਿੱਚੋਂ, ਤੁਸੀਂ ਪੰਜਾਬ ਜਾਂ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚੋਂ, ਇਹ ਖਬਰ ਤੁਹਾਡੇ ਲਈ ਸਮਝਣੀ, ਦੇਖਣੀ, ਜਾਣਨੀ ਬਹੁਤ ਜ਼ਰੂਰੀ ਹੈ। ਜ਼ਰੂਰੀ ਇਸ ਕਰਕੇ ਹੈ ਕਿਉਂਕਿ ਪੰਜਾਬ ਦੇ ਵਿੱਚ ਕੀ ਆਮ ਲੋਕਾਂ ਦੇ ਕਤਲ ਹੋਣਗੇ, ਕਿ ਲਖਬੀਰ ਲੰਡਾ ਜਾਂ ਇਹਨਾਂ ਦੇ ਵਰਗੇ ਗੈਂਗਸਟਰ ਮੰਗਣਗੇ ਫਿਰੌਤੀਆਂ, ਰੰਗਦਾਰੀ, ਤੇ ਉਸ ਤੋਂ ਬਾਅਦ ਗੋਲੀਆਂ ਮਾਰ ਦਿੱਤੀਆਂ ਜਾਣਗੀਆਂ ਤੇ 24 ਘੰਟੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹੋਣਗੇ। ਇਹ ਅੱਜ ਜ਼ਿਕਰ ਇਸ ਕਰਕੇ ਕਿਉਂਕਿ ਤਰਨਤਾਰਨ ਦੇ ਵਿੱਚ ਇਹ ਘਟਨਾ ਵਾਪਰੀ ਹੈ। ਤਰਨਤਾਰਨ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਵੜ ਕੇ ਸ਼ਖਸ ਦਾ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਿਸ ਨੇ ਕੀਤਾ ਹੈ? ਕਤਲ ਕੀਤਾ ਗੈਂਗਸਟਰ ਨੇ, ਲਖਬੀਰ ਲੰਡਾ ਨੇ, ਉਸਦੇ ਗੁਰਗਿਆਂ ਨੇ। ਔਰ ਅੱਜ ਇਸ ਪੂਰੀ ਚਰਚਾ ਦੇ ਵਿੱਚ, ਇਸ ਖਾਸ ਪੇਸ਼ਕਸ਼ ਦੇ ਵਿੱਚ ਜ਼ਿਕਰ ਵੀ ਕਰਾਂਗੇ ਕਿ ਇੱਕ ਕਤਲ ਹੋਇਆ ਸੀ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਵਿੱਚ। ਇੱਕ ਕਤਲ ਹੋਇਆ 11 ਅਕਤੂਬਰ ਨੂੰ ਤਰਨਤਾਰਨ ਦੇ ਵਿੱਚ। ਕਿ ਦੋਵਾਂ ਦੇ ਵਿੱਚ ਕੋਈ ਫਰਕ ਹੈ ਜਾਂ ਦੋਵਾਂ ਦੇ ਵਿੱਚ ਕੋਈ ਸਮਾਨਤਾ ਹੈ? ਸਮਾਨਤਾ ਇਹ ਹੈ ਕਿ ਸ਼ਰੇਆਮ ਦਿਨ ਦਿਹਾੜੇ ਕਤਲ ਕੀਤਾ ਗਿਆ ਹੈ। ਸਮਾਨਤਾ ਇਹ ਹੈ ਕਿ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਨੇ। ਸਮਾਨਤਾ ਇਹ ਹੈ ਕਿ ਗੈਂਗਸਟਰ ਇਸ ਦੇ ਪਿੱਛੇ ਨੇ। ਸਮਾਨਤਾ ਇਹ ਹੈ ਕਿ ਇਸ ਪੂਰੇ ਮਾਮਲੇ ਨੂੰ ਵਿਦੇਸ਼ ਦੇ ਵਿੱਚ ਬੈਠਾ ਕੋਈ ਗੈਂਗਸਟਰ ਆਪਰੇਟ ਕਰ ਰਿਹਾ ਸੀ, ਉਸ ਦੇ ਵੱਲੋਂ ਸਾਜ਼ਿਸ਼ ਘੜੀ ਗਈ ਸੀ। ਤੇ ਫਰਕ ਕੀ ਹੈ? ਫਰਕ ਹੈ ਕਿ ਇੱਕ ਆਮ ਸ਼ਖਸ ਹੈ ਤਰਨਤਾਰਨ ਦਾ। ਫਰਕ ਕੀ ਹੈ ਕਿ ਉਸ ਨੂੰ ਲੈ ਕੇ ਪੁਲਿਸ ਗੰਭੀਰਤਾ ਨਹੀਂ ਦਿਖਾ ਰਹੀ। ਫਰਕ ਇਹ ਹੈ ਕਿ ਪੁਲਿਸ 24 ਘੰਟਿਆਂ ਬਾਅਦ ਵੀ ਇੱਕ ਆਮ ਕਾਨੂੰਨ ਜਾਂ ਕਹੀਏ ਕਿ ਆਮ ਵਾਰਦਾਤ ਦੀ ਤਰ੍ਹਾਂ ਇਸ ਨੂੰ ਦੇਖ ਰਹੀ ਹੈ। 24 ਘੰਟਿਆਂ ਬਾਅਦ ਪੁਲਿਸ ਦੇ ਹੱਥ ਖਾਲੀ ਨੇ। ਪਰ ਅੱਜ ਸਵਾਲ ਇਸ ਕਰਕੇ ਹੈ ਕਿਉਂਕਿ ਆਮ ਲੋਕ ਸਵਾਲ ਪੁੱਛਦੇ ਨੇ ਕਿ ਜੇ ਤੁਸੀਂ ਇਸ ਖਬਰ ਨੂੰ ਦੇਖ ਰਹੇ ਹੋ ਤਾਂ ਸਮਝੋ, ਥੋੜਾ ਜਿਹਾ ਫੀਲ ਕਰੋ, ਅਹਿਸਾਸ ਕਰੋ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਹਰ ਇੱਕ ਸ਼ਖਸ ਬਰਾਬਰ ਦਾ ਹੱਕ ਰੱਖਦਾ ਹੈ ਜਿਉਣ ਦਾ। ਜੇ ਉਸ ਦੇ ਨਾਲ ਕੋਈ ਵਧੀਕੀ ਹੋਈ ਹੈ ਤਾਂ ਫਿਰ ਇਨਸਾਫ ਦਾ।
ਉਹ ਚਾਹੇ ਕੋਈ ਵੱਡੇ ਸਟਾਰ ਦਾ ਪਰਿਵਾਰ ਹੋਵੇ ਜਾਂ ਫਿਰ ਕਿਸੇ ਆਮ ਸ਼ਖਸ ਦਾ ਪਰਿਵਾਰ ਹੋਵੇ, ਜੇਕਰ ਕੋਈ ਵਧੀਕੀ ਕਿਸੇ ਦੇ ਨਾਲ ਹੁੰਦੀ ਔਰ ਕਤਲ ਵਰਗੀ ਵਾਰਦਾਤ ਹੋ ਜਾਂਦੀ ਹੈ ਤਾਂ ਫਿਰ ਜ਼ਰੂਰੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਉਸ ਤਰੀਕੇ ਨਾਲ ਹੀ ਰਿਐਕਟ ਕਰੇ। ਪੰਜਾਬ ਦੇ ਵਿੱਚ ਜੇਕਰ ਕਿਸੇ ਨੂੰ ਹੁਣ ਕੋਈ ਕਾਲ ਆਉਂਦੀ ਹੈ ਤਾਂ ਕਿ ਉਹ ਰਿਐਕਟ ਕਰੇ ਜਾਂ ਫਿਰ ਕੋਈ ਲੋਨ ਲੈ ਕੇ ਪੈਸੇ ਭਰ ਦੇਵੇ ਜਿਸ ਦੇ ਕੋਲ ਨਹੀਂ ਹੋਣਗੇ ਪੈਸੇ। ਇਹ ਸਿੱਧਾ ਸਵਾਲ ਪੁਲਿਸ ਪ੍ਰਸ਼ਾਸਨ ਨੂੰ ਇਸ ਕਰਕੇ ਹੈ ਕਿਉਂਕਿ ਇਹ ਲੰਡਾ 20 ਲੱਖ ਰੁਪਏ ਦੀ ਫਿਰੌਤੀ ਮੰਗ ਰਿਹਾ ਸੀ ਗੁਰਜੰਟ ਤੋਂ, ਗੁਰਜੰਟ ਦੇ ਪਰਿਵਾਰ ਤੋਂ, ਜਿਸ ਦਾ ਤਰਨਤਾਰਨ ਦੇ ਵਿੱਚ ਕਤਲ ਕਰ ਦਿੱਤਾ ਗਿਆ। ਕਰੀਬ 3 ਤੋਂ 4 ਮਹੀਨੇ ਪਹਿਲਾਂ ਜਿਹੜੀ ਇਹ ਪੂਰੀ ਫਿਰੌਤੀ ਰੰਗਦਾਰੀ ਮੰਗੀ ਜਾ ਰਹੀ ਸੀ ਔਰ ਫਿਰ ਹੁਣ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਜਾ ਰਹੀ ਹੈ। ਪੁਲਿਸ ਦੀ ਮੁਖਬਰੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ 24 ਘੰਟਿਆਂ ਬਾਅਦ। ਮੈਂ ਬਾਰ-ਬਾਰ ਕਿਉਂ ਕਹਿ ਰਹੇ ਹਾਂ ਕਿਉਂਕਿ ਪੁਲਿਸ ਨੇ ਕੀਤਾ ਕੀ, ਇਹ ਲਾਜ਼ਮੀ ਤੌਰ ਤੇ ਪੁਲਿਸ ਨੂੰ ਸਾਹਮਣੇ ਰੱਖਣਾ ਹੋਏਗਾ। ਇਹ ਮਰਡਰ ਕਨੈਕਸ਼ਨ ਹੈ ਔਰ ਜ਼ਿਕਰ ਇਸ ਕਰਕੇ ਵੀ ਅਸੀਂ ਕਰ ਰਹੇ ਹਾਂ ਕਿਉਂਕਿ ਸਿੱਧੂ ਮੂਸੇਵਾਲਾ ਦੇ ਮਾਮਲੇ 'ਚ ਵੀ ਇਨਸਾਫ ਦਾ ਇੰਤਜ਼ਾਰ ਹੈ। ਇੱਥੇ ਤਾਂ ਸ਼ੂਟਰ ਭੱਜ ਜਾਂਦਾ ਹੈ ਜਾਂ ਕਹੀਏ ਕਿ ਜਿਹੜਾ ਗੈਂਗਸਟਰ ਸੀਗਾ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਨਾਮਜ਼ਦ ਕੀਤਾ ਸੀ ਉਹ ਭੱਜ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਵਾਲ ਤਾਂ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਉੱਠਣਗੇ। ਦੋ ਤਸਵੀਰਾਂ ਦੇਖੋ, 29 ਮਈ 2022, 11 ਅਕਤੂਬਰ 2022 ਸਿੱਧੂ ਮੂਸੇਵਾਲਾ ਦਾ ਕਤਲ ਤੇ ਫਿਰ 11 ਤਰੀਕ ਨੂੰ ਗੁਰਜੰਟ ਦਾ ਕਤਲ। ਦੋਵੇਂ ਪਰਿਵਾਰਾਂ ਦੇ ਉੱਤੇ ਜੋ ਬੀਤਿਆ ਉਹ ਪੰਜਾਬ ਮਹਿਸੂਸ ਕਰ ਰਿਹਾ ਹੋਏਗਾ। ਲੋਕ ਮਹਿਸੂਸ ਕਰ ਰਹੇ ਨੇ ਕਿ ਜਦੋਂ ਕਿਸੇ ਦੇ ਪਰਿਵਾਰ ਦੇ ਵਿੱਚੋਂ ਕੋਈ ਜਵਾਨ ਪੁੱਤ ਚਲਿਆ ਜਾਂਦਾ ਹੈ ਤਾਂ ਫਿਰ ਉਸ ਪਰਿਵਾਰ ਦੇ ਨਾਲ ਕੀ ਬੀਤਦੀ ਹੋਏਗੀ। ਪਰਿਵਾਰ ਕੀ ਕਹਿ ਰਿਹਾ ਹੈ, ਪਿਤਾ ਕੀ ਕਹਿ ਰਹੇ ਨੇ, ਸੁਣਿਆ ਤੁਸੀਂ, ਸੁਣਾਵਾਂਗੇ ਤੁਹਾਨੂੰ। ਉਸ ਪਿਤਾ ਦੀ ਬਿਆਨ ਅੱਜ ਲਖਬੀਰ ਲੰਡੇ ਨੂੰ ਵੀ ਸੁਣਨ ਦੀ ਜ਼ਰੂਰਤ ਹੈ। ਪੰਜਾਬ ਦੇ ਲੋਕਾਂ ਤੱਕ ਵੀ ਪਹੁੰਚਣੀ ਜ਼ਰੂਰਤ ਹੈ ਉਸ ਚੀਜ਼ ਦੀ ਕਿ ਉਹ ਕੀ ਕੁਝ ਕਹਿ ਰਹੇ ਨੇ ਪਰਿਵਾਰ ਵਾਲੇ। ਇਹ ਜ਼ਿਕਰ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਦੋ ਤਸਵੀਰਾਂ ਤੁਹਾਡੇ ਸਾਹਮਣੇ ਨੇ। ਸਿੱਧੂ ਮੂਸੇਵਾਲਾ ਦਾ ਕਤਲ ਹੋਇਆ 29 ਮਈ ਨੂੰ, 29 ਮਈ ਇਸੇ ਸਾਲ 2022 ਦੇ ਵਿੱਚ, ਤੇ ਉਸ ਤੋਂ ਬਾਅਦ 11 ਅਕਤੂਬਰ ਦਾ ਘਟਨਾਕ੍ਰਮ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਮੂਸੇਵਾਲਾ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਦੇ ਵਿੱਚ ਧਮਕੀਆਂ ਆਈਆਂ ਨੇ, ਰੰਗਦਾਰੀ ਮੰਗੀ ਗਈ ਹੈ ਫੋਨ ਕਰਕੇ। ਉਹ ਚਾਹੇ ਕਈ ਗੈਂਗਸਟਰ ਨਹੀਂ ਵੀ ਸੀ, ਉਹਨਾਂ ਨੇ ਵੀ ਫੋਨ ਕਰਕੇ ਇੱਕ ਤਰੀਕੇ ਦਾ ਅਜਿਹਾ ਗੋਰਖ ਧੰਦਾ ਚੱਲਣ ਲੱਗ ਗਿਆ। ਪਰ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿਹੜੀਆਂ ਫਿਰੌਤੀ ਦੇ ਲਈ ਕਾਲਸ ਆਈਆਂ ਤੇ ਉਸ ਪੂਰੇ ਮਾਮਲੇ 'ਚ ਪਹਿਲਾ ਮਾਮਲਾ ਜੋ ਇਲਜ਼ਾਮ ਜੋ ਜਾਣਕਾਰੀ ਹੈ, ਇਹ ਪਹਿਲਾ ਮਾਮਲਾ ਅਜਿਹਾ ਹੈ ਜਿਸ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੋਵੇ, ਗੋਲੀਆਂ ਮਾਰ ਦਿੱਤੀਆਂ ਗਈਆਂ ਹੋਣ। ਤਾਂ ਸਵਾਲ ਤਾਂ ਇਹੀ ਹੈ ਕਿ ਆਖਿਰ ਪੰਜਾਬ ਦੇ ਵਿੱਚ ਇਹ ਸਭ ਕੁਝ ਹੋਏਗਾ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਇਹ ਗੈਂਗਸਟਰ ਪੰਜਾਬ ਨੂੰ ਇਸ ਤਰੀਕੇ ਨਾਲ ਆਪਰੇਟ ਕਰਨਗੇ ਕਿਉਂਕਿ ਦੀਪਕ ਟੀਨੂ ਕਿੱਥੇ ਹੈ? ਜੋ ਸੋਰਸਿਸ ਦੱਸਦੇ ਨੇ ਨਿਊਜ਼ 18 ਪੰਜਾਬ ਦੇ ਕਿ ਦੀਪਕ ਟੀਨੂ ਪਹੁੰਚ ਗਿਆ ਹੁਣ ਅਮਰੀਕਾ। ਹੁਣ ਹੋਰ 6 ਮਹੀਨੇ ਸਾਲ ਨੂੰ ਦੀਪਕ ਟੀਨੂ ਵੀ ਉੱਥੋਂ ਫੋਨ ਕਰਿਆ ਕਰੇਗਾ ਇੱਥੇ ਰੰਗਦਾਰੀ ਮੰਗਣ ਦੇ ਲਈ ਤੇ ਫਿਰ ਉਹ ਵੀ ਆਪਣੇ ਗੁਰਗਿਆਂ ਦੇ ਜ਼ਰੀਏ ਇਸ ਤਰੀਕੇ ਨਾਲ ਘਟਨਾਵਾਂ ਨੂੰ ਅੰਜਾਮ ਦਿਵਾਇਆ ਕਰੇਗਾ। ਕਿ ਇਹੀ ਸਿਸਟਮ ਸਾਡੇ ਪੱਲੇ ਹੁਣ ਰਹਿ ਗਿਆ ਪੰਜਾਬੀਆਂ ਦੇ। ਤੇ ਸਵਾਲ ਇਹ ਵੀ ਹੈ ਕਿ ਅੱਜ ਤੋਂ ਸਾਲ 2 ਸਾਲ 3 ਸਾਲ 4 ਸਾਲ 5 ਸਾਲ ਬਾਅਦ ਕੀ ਹੋਏਗਾ ਕਿ ਇਹ ਗੈਂਗਸਟਰ ਇੰਨੇ ਜ਼ਿਆਦਾ ਮਜ਼ਬੂਤ ਨੇ ਕਿ ਇਹ ਸ਼ਰੇਆਮ ਕਿਸੇ ਦਾ ਕਤਲ ਕਰਵਾ ਸਕਦੇ ਨੇ, ਗੋਲੀਆਂ ਮਰਵਾ ਸਕਦੇ ਨੇ। ਅੱਜ ਇਸ ਕਰਕੇ ਫਰਕ ਤਾਂ ਪੈਂਦਾ ਹੈ ਇਹਦੇ ਵਿੱਚ ਜ਼ਿਕਰ ਇਸ ਪੂਰੀ ਵਾਰਦਾਤ ਦਾ। ਇਸ ਕਰਕੇ ਸਾਨੂੰ ਕਹਿਣਾ ਪੈ ਰਿਹਾ ਕਿ ਪੁਲਿਸ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਕੋਈ ਘਟਨਾ ਜਿਹੀ ਵਾਪਰ ਗਈ। ਪੁਲਿਸ ਨੂੰ ਲੱਗਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਕਿਸੇ ਨੂੰ ਧਮਕੀ ਆ ਜਾਂਦੀ ਹੈ। ਪੁਲਿਸ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਕੋਈ ਪੈਸੇ ਮੰਗਦਾ ਹੈ, ਰੰਗਦਾਰੀ ਮੰਗਦਾ ਹੈ, ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਹੈ। ਮੈਂ ਹੁਣ ਸ਼ੁਰੂਆਤ ਕਰੂੰਗਾ ਪਿਤਾ ਕੀ ਕਹਿ ਰਹੇ ਨੇ ਗੁਰਜੰਟ ਦੇ। ਸਿੱਧੂ ਮੂਸੇਵਾਲਾ ਦੇ ਪਿਤਾ ਲਗਾਤਾਰ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਸਵਾਲ ਚੁੱਕਦੇ ਆਏ ਨੇ ਪਰ ਇਸ ਸਭ ਦੇ ਵਿਚਾਲੇ ਗੁਰਜੰਟ ਦੇ ਪਿਤਾ ਦਾ ਇੱਕ ਬਿਆਨ ਸੁਣਾਉਣਾ ਹੈ। ਇੱਕ ਇੱਕ ਕਰਕੇ ਸਾਰੀਆਂ ਸਟੇਟਮੈਂਟ ਅੱਜ ਤੁਹਾਨੂੰ ਜਾਣਨੀਆਂ ਸਮਝਣੀਆਂ ਜ਼ਰੂਰੀ ਨੇ ਕਿ ਗੁਰਜੰਟ ਦੇ ਪਿਤਾ ਕੀ ਕਹਿ ਰਹੇ ਨੇ। ਕਰਜ਼ਾ ਉਹਨਾਂ ਦੇ ਸਿਰ ਦੇ ਉੱਤੇ। ਗੁਰਜੰਟ ਦੇ ਪਿਤਾ ਨੇ ਕੀ ਕਿਹਾ ਗੈਂਗਸਟਰਾਂ ਨੂੰ, ਪਹਿਲਾਂ ਇੱਕ ਉਹਨਾਂ ਦਾ ਬਿਆਨ ਸੁਣੋ। ਮੇਰਾ ਪੁੱਤ ਮੁਖਬਰ ਨਹੀਂ ਹੈ, ਉਹਨੂੰ ਸਾਰਾ ਰਸੂਲਪੁਰ ਸਾਰੇ ਯਾਰ ਦੋਸਤ ਜਾਣਦੇ ਆ। ਇੱਕ ਲਖਵੀਰ ਸਿੰਘ ਲੰਡੇ ਤੂੰ ਨਹੀਂ ਜਾਣਦਾ, ਬੜਾ ਰੱਬ ਦਾ ਨਾਂ ਲੈਣ ਵਾਲਾ ਬੰਦਾ ਔਰ ਵੈਸ਼ਨੋ ਪਰਿਵਾਰ। ਅਸੀਂ ਮੇਰੇ 2 ਪੁੱਤ, ਅਸੀਂ ਸ਼ੁੱਧ ਵੈਸ਼ਨੋ ਆਂਡਾ ਮੀਟ ਨਹੀਂ ਖਾਂਦੇ। ਭਾਂਡੇ ਮਾਂਜਦੇ ਅੱਜ 22 ਸਾਲ ਹੋ ਗਏ ਸਾਡੇ ਪੂਰੇ ਪਰਿਵਾਰ ਨੂੰ ਭਾਂਡੇ ਮਾਂਜਦੇ। ਲਖਵੀਰ ਸਿੰਘ ਲੰਡੇ ਨੂੰ ਧਰਮ ਦਾ ਗਿਆਨ ਨਹੀਂ ਆ। ਪੰਜਾਬ ਵਿੱਚ ਕਤਲ ਕਰ ਰਿਹਾ ਏ, ਫਰੌਤੀਆਂ ਮੰਗ ਰਿਹਾ ਏ, ਲੋਕ ਡਰਦੇ ਦੇਈ ਜਾਂਦੇ ਆ। ਸਾਡੇ ਤੋਂ ਪਰੌਤੀ ਮੰਗੀ, ਲਖਵੀਰ ਸਿੰਘ ਤੂੰ ਸਾਡੇ ਤੋਂ ਪਰੌਤੀ ਮੰਗੀ, ਹੱਥ ਪੱਲਾ ਜੋੜੇ ਤੇਰੇ ਗਾੜੀ ਵੀ ਸਾਡੇ ਤੇ ਕਰਜ਼ਾ 40 ਲੱਖ ਦਾ ਕਰਜ਼ਾ ਵਾ, ਤੈਨੂੰ ਪਰਚੀ ਦੇ ਦਿੰਦੇ ਆ। ਅਸੀਂ ਮੇਰਾ ਬੱਚਾ 5 ਦਿਨ ਪਹਿਲੋਂ ਟਾਟਾ ਤੋਂ ਭਾਂਡੇ ਮਾਂਜਦਾ ਹੋਟਲ ਤੇ ਕੰਮ ਕਰਦਾ 5 ਦਿਨ ਪਹਿਲੋਂ ਪੰਜਾਬ ਆਇਆ। ਤੂੰ 5ਵੇਂ ਦਿਨ ਲਖਵੀਰ ਸਿੰਘ ਅਰਸ਼ਦੀਪ ਦੇ ਕਹਿਣ ਦੇ, ਅਰਸ਼ਦੀਪ ਦੇ ਮਾਂ ਦੇ ਕਹਿਣ ਉੱਤੇ ਤੂੰ ਮੇਰਾ ਪੁੱਤ ਮਰਾਤਾ, ਉਹਨਾਂ ਦੇ ਮਗਰ ਲੱਗ ਗਿਆ। ਲਖਵੀਰ ਸਿੰਘ ਲੰਡੇ ਤੂੰ ਬਹੁਤ ਪਾਪ ਕਰ ਰਿਹਾ ਪੰਜਾਬ। ਤਾਂ ਗੈਂਗਸਟਰ ਪਾਪ ਕਰ ਰਹੇ ਨੇ। ਇਸ ਬਾਪ ਦੀ ਵਿਅਥਾ, ਇਸ ਬਾਪ ਦੀ ਇਸ ਸਮੇਂ ਸਥਿਤੀ
ਕੀ ਹੋਏਗੀ ਸਮਝਿਆ ਜਾ ਸਕਦਾ, ਜਿਸ ਦਾ ਜਵਾਨ ਪੁੱਤ ਮਾਰ ਦਿੱਤਾ ਗਿਆ। ਇਲਜ਼ਾਮ ਕਿਨੇ ਕਿ ਮੁਖਬਰੀ ਕਰਦਾ ਹੈ ਪੁਲਿਸ ਵਾਲਿਆਂ ਦੀ, ਕਿ ਹੁਣ ਪੁਲਿਸ ਨੂੰ ਇਤਲਾਹ ਦੇਣ ਵਾਲਿਆਂ ਦੀ ਵੀ ਸੁਰੱਖਿਆ ਪੁਲਿਸ ਨਹੀਂ ਕਰ ਸਕਦੀ, ਕਿ ਪੁਲਿਸ ਨੂੰ ਕੋਈ ਜਾਣਕਾਰੀ ਦੇਣਾ ਗੁਨਾਹ ਹੋ ਗਿਆ। ਗੈਂਗਸਟਰਾਂ ਦੀ ਨਜ਼ਰ 'ਚ ਤਾਂ ਗੁਨਾਹ ਹੈ ਤੇ ਇਸ ਗੁਨਾਹ ਦੀ ਵਜ੍ਹਾ ਨਾਲ ਗੁਰਜੰਟ ਦੀ ਮੌਤ ਹੋ ਗਈ। ਖੈਰ, ਸਵਾਲਾਂ ਦੇ ਵਿਚਾਲੇ ਮਰਡਰ ਕਨੈਕਸ਼ਨ ਸਿੱਧੂ ਮੂਸੇਵਾਲਾ ਗੁਰਜੰਟ ਸਿੰਘ ਦਾ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਵੀ ਤੁਹਾਨੂੰ ਸਮਝਾਵਾਂਗੇ। ਔਰ ਇਹ ਜਾਣਨਾ ਸਮਝਣਾ ਜ਼ਰੂਰੀ ਹੈ। ਕਿਉਂ ਵਾਰ-ਵਾਰ ਅਸੀਂ ਕਹਿ ਰਹੇ ਹਾਂ? ਉਸ ਦੀ ਵਜ੍ਹਾ ਇਹ ਹੈ ਕਿਉਂਕਿ ਇੱਕ ਕਤਲ ਦਿਨ ਦਿਹਾੜੇ ਕਰੀਬ 5:30 ਵਜੇ ਅੰਜਾਮ ਦਿੱਤਾ ਗਿਆ ਸੀ ਮਾਨਸਾ ਦੇ ਵਿੱਚ ਜਵਾਹਰ ਕੇ ਪਿੰਡ ਦੇ ਕੋਲ, ਜਿੱਥੇ ਸਿੱਧੂ ਮੂਸੇਵਾਲਾ ਦੀ ਗੱਡੀ ਰੋਕ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ, ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਇੱਕ ਕਤਲ ਦੀ ਵਾਰਦਾਤ ਕੁਝ ਅਜਿਹੇ ਹੀ ਸਮੇਂ, ਸ਼ਾਮ ਦੇ ਸਮੇਂ ਗੈਂਗਸਟਰਾਂ ਦੇ ਗੁਰਗਿਆਂ ਨੇ ਦੁਕਾਨ ਦੇ ਅੰਦਰ ਵੜ ਕੇ ਕੀਤਾ ਹੈ, ਕਈ ਗੋਲੀਆਂ ਮਾਰੀਆਂ ਨੇ। ਜੇਕਰ ਤੁਸੀਂ ਮ੍ਰਿਤਕ ਦੇ ਦੇਖੋ ਗੁਰਜੰਟ ਦੀ, ਤਾਂ ਛਾਤੀ ਦੇ ਵਿੱਚ ਕਈ ਗੋਲੀਆਂ ਵੱਜੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਤਾਂ ਸਵਾਲ ਇਹ ਹੈ ਕਿ ਆਖਿਰ ਇਸ ਦੇ ਪਿੱਛੇ ਕੀ ਵੱਡਾ ਕਨੈਕਸ਼ਨ ਹੈ, ਕੀ ਕੁਝ ਕਨੈਕਸ਼ਨ ਨਜ਼ਰ ਆਉਂਦਾ ਹੈ? ਮਰਡਰ ਕਨੈਕਸ਼ਨ ਕੀ ਨਜ਼ਰ ਆਉਂਦਾ ਹੈ? ਮਾਨਸਾ ਤੋਂ ਤਰਨਤਾਰਨ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਸ਼ਾਰਪ ਸ਼ੂਟਰਾਂ ਨੇ ਕਤਲ ਕੀਤਾ ਹੈ, ਹੱਥਾਂ ਦੇ ਵਿੱਚ ਰਿਵਾਲਵਰ ਸੀ, ਹੱਥਾਂ ਦੇ ਵਿੱਚ ਹਥਿਆਰ ਸੀ, ਆ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਆਇੰਟ ਨੰਬਰ 2, ਇਹ ਵਿਦੇਸ਼ ਦੇ ਵਿੱਚ ਸਾਜ਼ਿਸ਼ ਰਚੀ ਗਈ ਹੈ। ਸਿੱਧੂ ਮੂਸੇਵਾਲਾ ਦੀ ਵੀ ਤੇ ਤਰਨਤਾਰਨ ਦੇ ਵਿੱਚ ਹੋਏ ਘਟਨਾਕ੍ਰਮ ਦੀ ਵੀ ਵਿਦੇਸ਼ ਦੇ ਵਿੱਚ ਸਾਜ਼ਿਸ਼ ਰਚੀ ਗਈ ਹੈ। ਇੱਕ ਗੋਲਡੀ ਬਰਾੜ ਸੀ ਤੇ ਦੂਜਾ ਲਖਬੀਰ ਲੰਡਾ, ਇਹ ਸਭ ਆਪਸ ਵਿੱਚ ਮਿਲੇ ਹੋਏ ਆ ਤੇ ਇਹਨਾਂ ਦੇ ਵੱਲੋਂ ਇੱਥੇ ਵਾਰਦਾਤਾਂ ਕਰਵਾਈਆਂ ਜਾ ਰਹੀਆਂ ਨੇ। ਲਖਬੀਰ ਲੰਡਾ ਨੇ ਇਹ ਗੋਲੀਆਂ ਚਲਵਾਈਆਂ ਆਪਣੇ ਗੁਰਗਿਆਂ ਦੇ ਨਾਲ, ਉਸ ਤੋਂ ਬਾਅਦ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ। ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਸਮਾਨਤਾ ਕੀ ਹੈ, ਕਨੈਕਸ਼ਨ ਕੀ ਹੈ ਮਾਨਸਾ ਤੋਂ ਤਰਨਤਾਰਨ ਦੇ ਵਿਚਾਲੇ, ਤਾਂ ਕਨੈਕਸ਼ਨ ਇਸ ਦੇ ਵਿੱਚ ਇਹ ਹੈ ਕਿ ਮਾਨਸਾ ਦੇ ਵਿੱਚ ਸ਼ਰੇਆਮ ਗੋਲੀਆਂ, ਦਿਨ ਦਿਹਾੜੇ ਕਤਲ, ਤਰਨਤਾਰਨ ਦੇ ਵਿੱਚ ਵੀ ਦਿਨ ਦਿਹਾੜੇ ਕਤਲ। ਪਿੰਡ ਰਸੂਲਪੁਰ ਦੇ ਵਿੱਚ, ਪੱਟੀ ਦੇ ਪਿੰਡ ਰਸੂਲਪੁਰ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ। ਦਿਨ ਦਿਹਾੜੇ ਸੋਚ ਕੇ ਦੇਖੋ ਕਿ ਕੋਈ ਆਪਣੀ ਦੁਕਾਨ ਦੇ ਉੱਤੇ ਬੈਠਾ ਹੈ, ਆਪਣੀ ਪਤਨੀ ਨੂੰ ਫੋਨ ਕਰਕੇ ਕਹਿੰਦਾ ਕਿ ਅੱਜ ਮੈਂ ਜਲਦੀ ਘਰ ਆ ਰਿਹਾ ਹਾਂ, ਪਰ ਖਬਰ ਪਹੁੰਚਦੀ ਹੈ ਕਿ ਕਤਲ ਕਰ ਦਿੱਤਾ ਗਿਆ। ਖਬਰ ਪਹੁੰਚਦੀ ਹੈ ਕਿ ਗੋਲੀਆਂ ਮਾਰ ਗਿਆ ਕੋਈ ਦੁਕਾਨ ਦੇ ਵਿੱਚ ਵੜ ਕੇ। ਸੀਸੀਟੀਵੀ ਫੁਟੇਜ ਜਾਂ ਕੁਝ ਹੀ ਪਲਾਂ 'ਚ ਤੁਹਾਨੂੰ ਦਿਖਾਵਾਂਗੇ। ਸ਼ਾਰਪ ਸ਼ੂਟਰਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜੋ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਮਰਡਰ ਕਨੈਕਸ਼ਨ ਹੈ ਕੀ। ਸ਼ਾਰਪ ਸ਼ੂਟਰਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦੇ ਲਈ 6 ਸ਼ੂਟਰ ਪਹੁੰਚੇ, 2 ਗੱਡੀਆਂ ਦਾ ਮੋਡਿਊਲ ਬਣਾਇਆ ਗਿਆ, ਬੋਲੈਰੋ ਅਤੇ ਦੂਜੀ ਕਰੋਲਾ। ਤੇ ਇਸ ਦੇ ਵਿੱਚ ਕੀ ਸੀ? ਇਸ ਦੇ ਵਿੱਚ ਇਹ ਸੀ ਕਿ ਇਹ ਸ਼ੂਟਰ ਪਹੁੰਚਦੇ ਨੇ, 2 ਸ਼ੂਟਰ ਪਹੁੰਚੇ ਜੋ ਦੱਸਿਆ ਜਾ ਰਿਹਾ ਹੈ, ਤੇ ਉਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਹੁਣ ਮੈਂ ਸੀਸੀਟੀਵੀ ਦਾ ਵੀ ਜ਼ਿਕਰ ਕਰ ਲਵਾਂ, ਸੀਸੀਟੀਵੀ ਇਹਨਾਂ ਤਸਵੀਰਾਂ ਦਾ ਵੀ ਜ਼ਿਕਰ ਕਰ ਲਈਏ। ਇਹ ਇਸ ਕਰਕੇ ਮੈਂ ਜ਼ਿਕਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਚਿੰਤਾ ਨਹੀਂ ਹੋਏਗੀ। ਅਸੀਂ ਵੱਡੇ ਅਧਿਕਾਰੀਆਂ ਨੂੰ ਪੁੱਛ ਰਹੇ ਹਾਂ ਕਿ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਕਿਸੇ ਨੂੰ ਚਿੰਤਾ ਹੋਏਗੀ? ਹੁਣ ਕੱਲ ਨੂੰ ਕੋਈ ਗੈਂਗਸਟਰ ਨਾ ਵੀ ਹੋਵੇ, ਕੋਈ ਠੱਗ ਹੋਵੇ ਔਰ ਜਾ ਕੇ ਫੋਨ ਕਰਕੇ ਫਿਰੌਤੀ ਮੰਗੇ, ਤਾਂ ਕੋਈ ਕੀ ਸੋਚੇਗਾ ਕਿ ਗੁਰਜੰਟ ਵਰਗਾ ਹਾਲ ਮੇਰਾ ਤਾਂ ਨਹੀਂ ਹੋ ਜਾਏਗਾ? ਜੇ ਕੱਲ ਨੂੰ ਕੋਈ ਫਿਰੌਤੀ ਮੰਗਣ ਦੇ ਲਈ ਜਾਂ ਰੰਗਦਾਰੀ ਮੰਗਣ ਦੇ ਲਈ ਕਾਲ ਕਰਦਾ, ਜਿਸ ਤਰੀਕੇ ਦੇ ਨੈਕਸਟ ਚੱਲਦੇ ਨੇ, ਤਾਂ ਕੀ ਕਰੇ? ਪੁਲਿਸ ਕੋਲ ਜਾਵੇ ਜਾਂ ਨਾ ਜਾਵੇ, ਜਾਂ ਫਿਰ ਇਸ ਤਰੀਕੇ ਨਾਲ ਹੀ ਪੈਸੇ ਕਰ ਦੇਵੇ? ਕਿਸੇ ਕੋਲ 5-10 ਲੱਖ ਰੁਪਏ ਨਾ ਹੋਵੇ ਤਾਂ ਉਹ ਕੀ ਕਰੇ? ਕਿ ਉਹ ਲੋਨ ਲੈ ਲਵੇ? ਤਾਂ ਇਹ ਅਧਿਕਾਰੀਆਂ ਨੂੰ ਸਵਾਲ ਹੈ। ਇਹ ਸਵਾਲ ਨਿਊਜ਼ 18 ਪੰਜਾਬ ਦੇ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕਰਕੇ ਪੁੱਛ ਰਿਹਾ ਹੈ ਕਿ ਅੱਜ ਪੰਜਾਬ ਦੇ ਲੋਕ ਤਰਨਤਾਰਨ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਇਸ ਕਨਫਿਊਜ਼ਨ ਦੇ ਵਿੱਚ ਨੇ ਕਿ ਇੱਕ ਦੁਕਾਨ ਚਲਾਉਣ ਵਾਲਾ, ਇੱਕ ਵਪਾਰੀ, ਉਸਦੀ ਕਿਸੇ ਨਾਲ ਕੀ ਰੰਜਿਸ਼ ਹੋ ਸਕਦੀ ਹੈ, ਕਿ ਵਾਕਈ ਹੀ ਪੁਲਿਸ ਨੂੰ ਕੋਈ ਇਤਲਾਹ ਜਾਣਕਾਰੀ ਦੇਣ ਦੇ ਬਦਲੇ ਇਸ ਤਰੀਕੇ ਨਾਲ ਕਰ ਦਿੱਤਾ ਗਿਆ। ਲਖਬੀਰ ਲੰਡਾ ਦੀ ਦੇਖੋ ਤੁਸੀਂ ਜੁਰਤ ਕਿੰਨੀ ਹੈ ਕਿ ਉਸ ਦੇ ਵੱਲੋਂ ਇੱਕ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਇਹ ਵੀ ਕਹਿ ਦਿੱਤਾ ਗਿਆ ਕਿ ਹੁਣ ਪੁਲਿਸ ਵਾਲੇ ਵੀ ਧਿਆਨ ਰਹਿਣ। ਮੈਂ ਇੱਕ ਵਾਰੀ ਸੀਸੀਟੀਵੀ ਦਿਖਾਣਾ, ਤੁਹਾਨੂੰ ਦਿਖਾਉਣ ਦੀ, ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਉਸ ਤੋਂ ਬਾਅਦ ਉਹਨਾਂ ਦੇ ਫਾਦਰ ਦਾ ਇੱਕ ਹੋਰ ਬਿਆਨ ਹੈ, ਇਨਸਾਫ ਮੰਗ ਰਹੇ ਹਨ ਪਰਿਵਾਰ। ਮੈਂ ਉਸ ਦਾ ਜ਼ਿਕਰ ਕਰੂੰਗਾ ਕਿ ਪਰਿਵਾਰ ਨੇ ਹੋਰ ਕੀ ਕੁਝ ਕਿਹਾ, ਉਸ ਦਾ ਜ਼ਿਕਰ ਹੋਏਗਾ। ਉਸ ਤੋਂ ਪਹਿਲਾਂ ਸੀਸੀਟੀਵੀ ਤਸਵੀਰ ਇੱਕ ਵਾਰ ਤੁਸੀਂ ਜ਼ਰੂਰ ਦੇਖ ਲਓ। ਇਹ ਸ਼ਖਸ ਪਹੁੰਚਦਾ ਇੱਥੇ, ਕੱਪੜੇ ਦਾ ਵਪਾਰੀ ਜਿਸ ਦੀ ਦੁਕਾਨ ਹੈ, ਤੇ ਉਸ ਦੇ ਕੋਲ ਪਹੁੰਚਦਾ ਹੈ ਇੱਕ ਗਾਹਕ ਬਣ ਕੇ, ਇੱਕ ਗ੍ਰਾਹਕ ਬਣ ਕੇ ਪਹੁੰਚਦਾ, ਇੱਥੇ ਖੜਾ ਹੋਇਆ ਹੈ, ਮੰਗ ਰਿਹਾ ਕੁਝ ਕੱਪੜਾ ਜਾਂ ਫਿਰ ਕੋਈ ਹੋਰ ਗੱਲ ਉੱਥੇ ਕੀਤੀ ਜਾ ਰਹੀ ਹੈ। ਆਮ ਤੌਰ ਤੇ ਕੀ ਹੁੰਦਾ, ਕਿਸੇ ਦੁਕਾਨ ਦੇ ਵਿੱਚ ਤੁਸੀਂ ਜਾਂਦੇ ਹੋ ਜਾਂ ਕੋਈ ਵੀ ਜਾਂਦਾ ਹੈ ਤਾਂ ਜਾ ਕੇ ਕਿਹਾ ਜਾਂਦਾ ਕਿ ਸਾਨੂੰ ਆਹ ਸੂਟ ਦਿਖਾ ਦਿਓ ਜਾਂ ਆਹ ਕੋਈ ਚੀਜ਼ ਦਿਖਾ ਦਿਓ, ਇਹੀ ਕੁਝ ਹੁੰਦਾ ਹੈ। ਉਹੀ ਕੰਮ ਇਹਨਾਂ ਨੇ ਕੀਤਾ। ਇਹ ਸ਼ਖਸ ਇੱਥੇ ਆ ਕੇ ਪਹਿਲਾਂ ਖੜਦਾ ਹੈ, ਇਸ ਦੇ ਨਾਲ ਦੂਜਾ ਵੀ ਨੌਜਵਾਨ ਸੀ, ਔਰ ਬੇਖੌਫ ਦੇਖੋ ਕਿੰਨੇ ਨੇ, ਬੇਖੌਫ ਇਹਨੇ ਨੇ, ਮੂੰਹ ਢੱਕਣ ਦੀ ਇਹਨਾਂ ਨੇ ਜ਼ਰੂਰਤ ਨਹੀਂ ਸਮਝੀ। ਜੇ ਰੇਕੀ ਕੀਤੀ ਹੋਏਗੀ ਤਾਂ ਪਤਾ ਹੋਏਗਾ ਕਿ ਉੱਥੇ ਸੀਸੀਟੀਵੀ ਲੱਗਿਆ ਹੋਇਆ, ਤਸਵੀਰਾਂ ਆ ਜਾਣੀਆਂ, ਪਰ ਪਰਵਾਹ ਨਹੀਂ ਨਾ ਕਿਸੇ ਦੀ, ਕੋਈ ਪਰਵਾਹ ਨਹੀਂ ਪ੍ਰਸ਼ਾਸਨ ਦੀ, ਕਾਨੂੰਨ ਦੀ, ਸੰਵਿਧਾਨ ਦੀ, ਪੁਲਿਸ ਦੀ, ਸਜ਼ਾ ਦੀ, ਜੇਲ੍ਹ ਦੀ, ਔਰ ਪਰਵਾਹ ਤਾਂ ਸਿਰਫ ਲੰਡੇ ਦੀ ਕਿ ਉਹਨੇ ਆਰਡਰ ਦਿੱਤਾ ਤੇ ਕਰਨਾ ਹੈ। ਇਹ ਪੰਜਾਬ ਦੇ ਨੌਜਵਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ, ਔਰ ਇਹ 2 ਨੌਜਵਾਨ ਉੱਥੇ ਪਹੁੰਚਦੇ ਨੇ, ਇੱਕ ਤੋਂ ਬਾਅਦ ਇੱਕ ਕਈ ਫਾਇਰ ਕਰਦੇ ਨੇ, ਔਰ ਹਿੰਮਤ ਦੇਖੋ ਤੁਸੀਂ, ਇਹਨਾਂ ਦੀ ਜੁਰਤ ਦੇਖੋ ਇਹਨਾਂ ਦੀ ਕਿ ਇਹ ਨੌਜਵਾਨ ਗੋਲੀਆਂ ਮਾਰਦਾ ਹੈ। ਬਹੁਤ ਧਿਆਨ ਨਾਲ ਦੇਖਿਓ ਸੀਸੀਟੀਵੀ, ਇਹ ਜ਼ਰੂਰੀ ਹੈ ਦੇਖਣੀ ਔਰ ਸਮਝਣੀ। ਇਹ ਨੌਜਵਾਨ ਗੋਲੀਆਂ ਮਾਰਦਾ ਹੈ
ਔਰ ਉਸ ਤੋਂ ਬਾਅਦ ਦੂਜਾ ਨੌਜਵਾਨ ਜੋ ਇਸ ਦਾ ਸਾਥੀ ਹੈ ਬਦਮਾਸ਼, ਇਹ ਗੁਰਗੇ ਜਿਹੜੇ ਹੈਗੇ ਨੇ ਗੋਲੀਆਂ ਮਾਰਦੇ ਨੇ। ਇੱਕ ਗੋਲੀ ਮਾਰੇਗਾ ਉਹ ਮਾਰੇਗਾ, ਔਰ ਇਹ ਜਿਹੜਾ ਇੱਕ ਟੀ-ਸ਼ਰਟ ਵਾਲਾ ਬਲੈਕ ਟੀ-ਸ਼ਰਟ ਨਜ਼ਰ ਆ ਰਹੀ ਹੈ, ਕਲਰ ਕੋਈ ਹੋ ਸਕਦਾ ਹੈ, 1 2 3 ਗੋਲੀਆਂ ਮਾਰੀਆਂ ਗਈਆਂ। ਫਿਰ ਉਸ ਤੋਂ ਬਾਅਦ ਹੋਰ ਫਾਇਰ ਕੀਤੇ ਗਏ, ਪੂਰਾ ਪਿਸਟਲ ਖਾਲੀ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਹ ਦੂਜਾ ਉਸਦਾ ਸਾਥੀ ਵੀ ਉੱਥੇ ਪਹੁੰਚਦਾ ਹੈ, ਉਹ ਵੀ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਮਾਰ ਰਿਹਾ ਹੈ। ਔਰ ਫਿਰ ਹਿੰਮਤ ਜੁਰਤ ਦੇਖੋ, ਇਹ ਚਲਾ ਗਿਆ ਇੱਥੋਂ, ਇਹ ਚਲਾ ਗਿਆ, ਪਰ ਉਹਦਾ ਹਜੇ ਵੀ ਤੁਸੀਂ ਕਹਿ ਸਕਦੇ ਹੋ ਕਿ ਉਹ ਬਿਲਕੁਲ ਪੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀਆਂ ਗੋਲੀਆਂ ਮਾਰੀਆਂ ਤੇ ਉਹ ਮਰ ਗਿਆ ਕਿ ਨਹੀਂ, ਗੋਲੀਆਂ ਉੱਤੇ ਲੱਗ ਗਈਆਂ ਕਿ ਨਹੀਂ। ਖੈਰ ਖੂਨ ਨਾਲ ਲਟਪਟ ਉੱਥੇ ਹੋ ਚੁੱਕਿਆ ਸੀ। ਉਸ ਤੋਂ ਬਾਅਦ ਹਸਪਤਾਲ ਲੈ ਕੇ ਜਾਏ, ਉਸ ਸਮੇਂ ਤੱਕ ਤਾਂ ਬਹੁਤ ਦੇਰ ਹੋ ਚੁੱਕੀ ਸੀ। ਔਰ ਅੰਦਰ ਵੜ ਕੇ ਦੁਕਾਨ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ। ਇਹ ਰੈਕਸ ਪਏ ਹੋਏ ਨੇ, ਜਿਵੇਂ ਅਲਮੀਰਾਜ਼ ਹੁੰਦੀਆਂ ਨੇ ਉੱਥੇ ਦੁਕਾਨਾਂ ਦੇ ਵਿੱਚ, ਜਿਸ ਦੇ ਵਿੱਚ ਸਮਾਨ ਰੱਖਿਆ ਜਾਂਦਾ ਹੈ। ਉਹ ਸ਼ਖਸ ਉਸਦੇ ਪਿੱਛੇ ਭੱਜ ਗਿਆ ਕਿ ਸ਼ਾਇਦ 2-4 ਗੋਲੀਆਂ ਚਲਾ ਕੇ ਚਲੇ ਜਾਣ, ਇੱਥੋਂ ਭੱਜ ਜਾਣ, ਪਰ ਨਹੀਂ, ਅੰਦਰ ਵੜ ਕੇ ਗੋਲੀਆਂ ਮਾਰੀਆਂ ਗਈਆਂ। ਇੱਕ ਤੋਂ ਬਾਅਦ ਇੱਕ ਕਈ ਫਾਇਰ ਕੀਤੇ ਗਏ। ਇਹ ਦੋਵੇਂ ਉੱਥੇ ਮੌਜੂਦ ਸੀ ਜੋ ਅੰਦਰ ਗੋਲੀਆਂ ਚਲਾਉਂਦੇ ਰਹੇ। ਖੈਰ ਪੁਲਿਸ ਹੁਣ ਇਹਨਾਂ ਦਾ ਬਾਇਓਡਾਟਾ ਤਾਂ ਖੰਗਾਲਣ ਦੇ ਵਿੱਚ ਲੱਗੀ ਹੋਈ ਹੈ, ਪਰ ਪੁਲਿਸ ਦੇ ਸਾਹਮਣੇ ਚੁਣੌਤੀਆਂ ਦੀ ਭਰਮਾਰ ਹੈ। ਲੋਕਾਂ ਦੇ ਅੰਦਰ ਭਰੋਸਾ ਪੁਲਿਸ ਦੇ ਵਿੱਚ ਜਾਗੇ। ਇਸ ਕਰਕੇ ਇਹ ਜ਼ਰੂਰੀ ਹੈ ਕਿ ਵੱਡੇ ਅਧਿਕਾਰੀ ਫਰੋਮ ਬਾਟਮ ਤੋਂ ਲੈ ਕੇ ਟੌਪ ਤੱਕ, ਹੇਠਾਂ ਤੋਂ ਲੈ ਕੇ ਉੱਤੇ ਤੱਕ ਦੇ ਅਧਿਕਾਰੀ ਲਾਜ਼ਮੀ ਤੌਰ ਤੇ ਉਮੀਦ ਕਰਦੇ ਹਾਂ ਕਿ ਇਸ ਬਾਰੇ ਸੋਚ ਰਹੇ ਹੋਣਗੇ ਕਿ ਪੰਜਾਬੀਆਂ ਦੇ ਮਨਾਂ ਦੇ ਵਿੱਚ ਨਾ ਕੋਈ ਅਜਿਹੀ ਗੱਲ ਨਾ ਬੈਠੇ ਕਿ ਜੇਕਰ ਫੋਨ ਆ ਗਿਆ ਤਾਂ ਫਿਰ ਹੋਣਾ ਕੁਝ ਨਹੀਂ ਔਰ ਪੈਸੇ ਦੇਣੇ ਪੈਣੇ ਨੇ। ਖੈਰ ਹੁਣ ਰੁਕ ਕਰਦੇ ਉਹਨਾਂ ਦੇ ਪਰਿਵਾਰ ਦਾ। ਪਿਤਾ ਕੀ ਕਹਿ ਰਹੇ ਸੀ? ਪਿਤਾ ਕਹਿੰਦੇ, ਲੰਡੇ ਨੂੰ ਕਹਿ ਰਹੇ ਨੇ ਸਿੱਧਾ, ਕਹਿੰਦੇ ਮੈਨੂੰ ਵੀ ਗੋਲੀ ਮਾਰ ਦਿਓ। ਹੁਣ ਤੁਹਾਨੂੰ ਦੱਸਦੇ ਹਾਂ ਇਨਸਾਫ ਦੀ ਮੰਗ ਕਰ ਰਹੇ ਨੇ ਪਿਤਾ। ਪੁਲਿਸ ਤੇ ਕੀ ਕਾਰਵਾਈ ਕਰਨੀ, ਜਿੱਦਾਂ ਸਿੱਧੂ ਮੂਸੇਵਾਲਿਆਂ ਦੀ ਹੋਈ, ਇਦਾਂ ਗਰੀਬਾਂ ਦੀ ਕਿੱਥੇ ਹੋਣੀ, ਸਾਡੀ ਕਿੱਥੇ ਕਿਸੇ ਨੇ ਸੁਣਵਾਈ ਹੋਣੀ। ਕੈਮਰੇ 'ਚ ਆ ਗਏ ਆ, ਪੁਲਿਸ ਨੂੰ ਪਤਾ ਲੱਗ ਗਿਆ, ਸਾਡੇ ਫੜਨ ਤੇ ਸ਼ੂਟ ਕਰਨ, ਉਲਟਾ ਫੜ ਲੈਂਦੇ ਆ, ਕਰੋੜਾਂ ਰੁਪਏ ਉਹਨਾਂ ਤੇ ਖਰਚਾ ਕਰ ਦਿੰਦੇ ਆ, ਉਹਨਾਂ ਦੀ ਗਾਰਡ ਦੇ ਦਿੰਦੇ। ਇੰਨੇ ਭਗਵੰਤ ਮਾਨ ਦੇ ਕੋਲ ਗਾਰਡ ਨਹੀਂ ਆ ਜਿੰਨੀ ਉਹਨਾਂ ਨੂੰ ਗਾਰਡ ਦਿੱਤੀ ਹੋਈ ਇੱਥੇ ਗੱਡੀਆਂ, ਉਹਨੇ ਗੈਂਗਸਟਰਾਂ ਨੂੰ ਗਾਰਡ ਦਿੱਤੀ, ਘਰਾਂ ਨੂੰ ਗਾਰਡ ਦੇ ਦਿੰਦੇ ਆ। ਕਿ ਕੀ ਕਾਰਨ ਮੈਨੂੰ ਇਹ ਸਮਝ ਨਹੀਂ ਆ ਰਹੀ। ਤਾਂ ਉਮੀਦ ਹੈ ਤੁਸੀਂ ਸੁਣਿਆ ਔਰ ਇਸ ਨੂੰ ਸਮਝਿਆ ਹੋਵੇਗਾ ਕਿ ਪਿਤਾ ਕੀ ਕਹਿਣਾ ਚਾਹ ਰਹੇ ਨੇ। ਪਿਤਾ ਕਹਿ ਰਹੇ ਨੇ ਕਿ ਮੇਰਾ ਪੁੱਤ ਸਿੱਧੂ ਵਰਗਾ ਫੇਮਸ ਨਹੀਂ ਹੈ। ਜਿਸ ਤਰੀਕੇ ਨਾਲ ਪੁਲਿਸ ਉੱਥੇ ਕੰਮ ਕਰ ਰਹੀ ਸੀ ਇੱਥੇ ਨਹੀਂ ਕਰੇਗੀ। ਜੇ ਫੜ ਵੀ ਲਏ ਜਾਣਗੇ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਏਗਾ, ਫਿਰ ਕੇਸ ਚੱਲਦੇ ਰਹਿਣਗੇ। ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੀ ਮਨ ਦੇ ਵਿੱਚ ਇਹੀ ਰੰਜ ਹੈ। ਪਰ ਇਸ ਸਭ ਦੇ ਵਿਚਾਲੇ ਗੁਰਜੰਟ ਦੇ ਪਿਤਾ ਪੁਲਿਸ ਨੂੰ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਪੁਲਿਸ ਤੋਂ, ਤਾਂ ਦੂਜੇ ਪਾਸੇ ਲਖਬੀਰ ਲੰਡਾ ਨੂੰ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ। ਲਖਬੀਰ ਲੰਡਾ ਨੂੰ ਕੀ ਕਹਿ ਰਹੇ ਨੇ ਗੁਰਜੰਟ ਦੇ ਪਿਤਾ? ਗੁਰਜੰਟ ਕੌਣ ਹੈ? ਜਿਸ ਦਾ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਤਰਨਤਾਰਨ ਦੇ ਵਿੱਚ। ਉਹਨਾਂ ਦੇ ਪਿਤਾ ਲੰਡਾ ਨੂੰ ਸੁਨੇਹਾ ਦੇ ਰਹੇ ਨੇ। ਲੰਡਾ ਕੌਣ ਹੈ? ਜਿਸ ਨੇ ਵਿਦੇਸ਼ ਦੇ ਵਿੱਚ ਬੈਠ ਕੇ ਤਰਨਤਾਰਨ ਵਾਲੀ ਪੂਰੀ ਘਟਨਾ ਦੀ ਸਾਜ਼ਿਸ਼ ਰਚੀ। ਮੈਂ ਵਾਰ-ਵਾਰ ਕਹਿਣਾ ਤੂੰ ਪਾਪ ਨਾ ਕਰ ਓਏ, ਤੂੰ ਪਾਪ ਨਾ ਕਰ, ਮੈਨੂੰ ਵੀ ਜਿੱਥੇ ਮਰਜ਼ੀ ਮਾਰਨਾ। ਉਹ ਵੀ ਕਹਿੰਦਾ ਸੀ ਬੂਸੇ ਵਾਲਾ ਵੀ ਤੁਝੇ ਮਾਰਦੇ ਮਾਰਤਾ। ਉਹ ਆਪਣੀ ਉਹਦੇ ਤਾਂ ਗਨ ਮੈਂ ਨਹੀਂ, ਉਹਦੇ ਕੋਲ ਤੇ ਸਭ ਕੁਝ ਹੈ, ਮੇਰੇ ਕੋਲ ਤੇ ਮੈਂ ਗਰੀਬ ਆਦਮੀ ਆ, ਤੂੰ ਮੈਨੂੰ ਮਾਰ ਦੇ, ਮੇਰੇ ਪੁੱਤ ਨੂੰ ਮਾਰ ਦੇ, ਕੀ ਕਰ ਮਰਨਾ ਤਾਂ ਇੱਕ ਦਿਨ ਹੀ ਆ, ਪਰ ਤੇਰੇ ਨਾਲ ਰੱਬ ਨਿਆਂ ਕਰੂਗਾ। ਤੂੰ ਪੁੱਤ ਨਾ ਮਾਰ, ਗਰੀਬ ਮਾਰ ਨਾ ਕਰ, ਨਾ ਸ਼ਮਕੀਆਂ ਨੂੰ ਨਾਲ ਲੈ, ਕੋਈ ਰੱਬ ਦਾ ਨਾਂ ਲੈ, ਕੋਈ ਧਰਮ ਦਾ ਕੰਮ ਕਰ। ਕਿਹੜੇ ਕੰਮਾਂ 'ਚ ਪੈ ਗਿਆ ਤੂੰ? ਇੰਨੀ 40 ਕਿੱਲੇ ਤੇਰੀ ਜਾਇਦਾਦ ਹੈ, 4-4 ਕਨਾਲਾਂ ਵਾਲੇ ਤੂੰ ਮਾਰੀ ਜਾਂਦਾ, ਆਪ ਕਰੀ ਜਾਂਦਾ ਵਾ। ਤਾਂ ਲਖਬੀਰ ਲੰਡਾ ਨੂੰ ਕਿਹਾ ਜਾ ਰਿਹਾ ਪਿਤਾ ਦੇ ਵੱਲੋਂ ਕਿ ਜੋ ਤੂੰ ਪਾਪ ਕਰ ਰਿਹਾ ਆ ਕੇ ਮੈਨੂੰ ਵੀ ਗੋਲੀ ਮਾਰ ਦੇ, ਮੇਰੇ ਪਰ ਤਾਂ ਕਰਜ਼ਾ ਹੀ ਬਹੁਤ ਹੈ। ਰੁਕ ਕਰਦੇ ਆ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਆ ਗਰਾਊਂਡ ਜ਼ੀਰੋ ਦੇ ਉੱਤੇ, ਜਿੱਥੇ ਪੂਰੀ ਘਟਨਾ ਵਾਪਰੀ ਹੈ ਤਰਨਤਾਰਨ ਦੇ ਵਿੱਚ, ਔਰ ਉਸ ਥਾਂ ਦੇ ਉੱਤੇ ਜਿੱਥੇ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਫਰਾਰ ਹੋ ਗਏ। ਮੇਰੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਸਿਧਾਰਥ। ਦੇਖੋ ਬਹੁਤ ਸਾਰੇ ਲੋਕਾਂ ਦੇ ਵਿੱਚ ਇਸ ਸਮੇਂ ਖਦਸ਼ੇ ਹੋਣਗੇ, ਅੰਦਰ ਮਨ ਦੀ ਗੱਲ ਹੋਏਗੀ ਕਿ ਜਦੋਂ ਕਿਸੇ ਆਮ ਸ਼ਖਸ ਦੇ ਉੱਤੇ, ਇੱਕ ਆਮ ਪੰਜਾਬੀ ਦੇ ਉੱਤੇ ਜਦੋਂ ਕੋਈ ਗੋਲੀ ਚੱਲਦੀ ਹੈ ਜਾਂ ਉਸ ਦੇ ਨਾਲ ਕੋਈ ਵਧੀਕੀ ਹੁੰਦੀ ਹੈ, ਕਿ ਪੁਲਿਸ ਰਿਐਕਟ ਕਰੇਗੀ ਕਿ ਨਹੀਂ ਕਰੇਗੀ? ਕਿ ਪੁਲਿਸ ਨੂੰ ਕੋਈ ਚਿੰਤਾ ਹੈ ਪੰਜਾਬ ਦੇ ਲੋਕਾਂ ਦੀ ਕਿ ਨਹੀਂ? ਜਾਂ ਇੱਥੇ ਤੁਸੀਂ ਜੇਕਰ ਇਨਸਾਫ ਚਾਹੁੰਦੇ ਹੋ ਤਾਂ ਕੋਈ ਵੱਡਾ ਤੁਸੀਂ ਨਾਮ ਹੋਣਾ ਚਾਹੀਦੇ ਹੋ, ਜਾਂ ਤੁਹਾਡੇ ਨਾਮ ਦੇ ਪਿੱਛੇ ਜਾਂ ਫਿਰ ਕੋਈ ਪੋਲੀਟੀਕਲ ਪਾਰਟੀ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਇਨਸਾਫ ਮਿਲੇਗਾ? ਇਹ ਪੰਜਾਬ ਦੇ ਲੋਕ ਅੱਜ ਜਾਣਨਾ ਚਾਹੁੰਦੇ ਨੇ। ਸਿਧਾਰਥ, ਮੇਰਾ ਸਵਾਲ ਤੁਹਾਨੂੰ ਇਹੀ ਹੈ, 24 ਘੰਟੇ ਬਾਅਦ, ਇਸ ਘਟਨਾ ਦੇ 24 ਘੰਟੇ ਬਾਅਦ ਪੁਲਿਸ ਦੇ ਪੱਲੇ ਹੈ ਕੀ? ਪੁਲਿਸ ਕਹਿ ਕੀ ਰਹੀ? ਜੀ ਬਿਲਕੁਲ, ਦੇਖੋ ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਨੇ ਜਿਹੜੀ ਹੈ ਫਸਟ ਇਨਵੈਸਟੀਗੇਸ਼ਨ ਕੀਤੀ, ਉਸ ਦੇ ਵਿੱਚ 4 ਬੰਦਿਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ, ਲੰਡੇ ਤੋਂ ਲੈ ਕੇ ਅਰਸ਼ਦੀਪ ਤੇ ਜੋ 2 ਜਿਹੜੇ ਨੇ ਉਹ ਸ਼ੂਟਰ ਸੀ। ਹੁਣ ਇਸ ਵਕਤ ਅਸੀਂ ਮੌਜੂਦ ਹਾਂ ਉਸ ਘਟਨਾ ਸਥਲ ਵਾਲੀ ਜਗ੍ਹਾ ਤੇ ਜਿੱਥੇ ਸਾਰੀ ਇਹ ਘਟਨਾ ਹੋਈ ਹੈ। ਤੁਹਾਨੂੰ ਲਾਈਵ ਤਸਵੀਰਾਂ ਉਹ ਦਿਖਾਉਂਦੇ ਆ ਜਿੱਥੇ ਇਹ 2 ਸ਼ੂਟਰ ਪਹੁੰਚਦੇ ਨੇ। ਇਹ ਸਭ ਤੋਂ ਪਹਿਲੀ ਫਸਟ ਲੋਕੇਸ਼ਨ ਹੈ। ਇਹ ਰੋਡ ਤੁਸੀਂ ਇਸ ਸਾਈਡ ਤੋਂ ਦੇਖੋ, ਜਿਹੜੀ ਹੈ ਇਹ ਪਿੰਡਾਂ ਦੇ ਵਿੱਚੋਂ ਦੀ ਹੁੰਦੀ ਹੋਈ ਨਸ਼ਹਿਰੇ
ਤੇ ਸ਼ੇਰੋਂ ਤੋਂ ਹੁੰਦੀ ਹੋਈ ਜਿਹੜੀ ਆ ਇੱਥੇ ਪਹੁੰਚਦੇ ਨੇ। ਹਾਲਾਂਕਿ ਸ਼ੂਟਰ ਜਿਹੜੇ ਨੇ ਦੋਵੇਂ ਉਹ ਇੱਥੇ ਪਹੁੰਚਦੇ ਨੇ ਤੇ ਮੋਟਰਸਾਈਕਲ ਤੇ ਦੱਸਿਆ ਜਾ ਰਿਹਾ ਕਿ ਸ਼ੂਟਰ ਜਿਹੜੇ ਸੀ ਇੱਥੇ ਪਹੁੰਚੇ ਸੀ। ਇਹ ਉਹ ਰੋਡ ਤੋਂ ਜਿਹੜੇ ਆ ਸ਼ੂਟਰ ਪਹਿਲੇ ਇੱਥੇ ਦੋਵੇਂ ਉਹ ਖੜਦੇ ਨੇ, ਕੁਝ ਸਮਾਂ ਇੱਥੇ ਖੜ ਕੇ ਇੱਥੇ ਜਿਹੜੀ ਕੁਝ ਰੇਹੜੀ ਵਗੈਰਾ ਲੱਗੀ ਹੁੰਦੀ ਹੈ ਇੱਥੇ ਖੜਦੇ ਨੇ। ਉਸ ਤੋਂ ਬਾਅਦ ਉਹ ਬਿਲਕੁਲ ਸਾਹਮਣੇ ਜਿਹੜੀ ਹੈ ਮੱਥੇ ਤੇ ਗੁਰਜੰਟ ਸਿੰਘ ਦੀ ਦੁਕਾਨ ਸੀ। ਜੇ ਆਪਾਂ ਗੱਲ ਕੀਤੀ ਜਾਵੇ ਤਾਂ ਉਹ ਸਾਹਮਣੇ ਬਿਲਕੁਲ ਮੱਥੇ ਤੇ ਦੁਕਾਨ ਹੈ ਜਿੱਥੇ ਗੁਰਜੰਟ ਸਿੰਘ ਆਪਣੀ ਦੁਕਾਨ ਦੇ ਅੰਦਰ ਆਪਣਾ ਕਾਰੋਬਾਰ ਕਰ ਰਿਹਾ ਸੀ ਤੇ ਕੰਮ ਕਰ ਰਿਹਾ ਸੀ। ਜੇ ਗੱਲ ਕੀਤੀ ਜਾਵੇ ਤਾਂ ਜਿੱਥੇ ਕਾਰੋਬਾਰ ਸੀ ਇਹ ਦੁਕਾਨ ਹੈ, ਇੱਥੇ ਉਹਨਾਂ ਦਾ ਰੈਡੀਮੇਡ ਦਾ ਕੰਮ ਸੀ। ਇਹ ਬਿਲਕੁਲ ਮੱਥੇ ਤੇ ਜਿਹੜੀ ਹੈ ਦੁਕਾਨ ਹੈ, ਬਿਲਕੁਲ ਮੱਥੇ ਤੇ ਹੀ ਜਿਹੜਾ CCTV ਕੈਮਰਾ ਲੱਗਾ ਹੈ ਜਿੱਥੋਂ ਸਾਰੀ ਉਹਨਾਂ ਦੇ ਆਉਂਦੇ ਦੀ ਜਿਹੜੀ ਘਟਨਾ ਜਿਹੜੀ ਹੈ ਰਿਕਾਰਡ ਹੁੰਦੀ ਹੈ। ਇੱਥੋਂ ਹੀ ਜਿਹੜੇ ਉਹ ਦੋ ਸ਼ੂਟਰ ਨੇ ਉਹ ਅੰਦਰ ਜਾਂਦੇ ਨੇ ਤੇ ਅੰਦਰ ਜਾਣ ਤੋਂ ਬਾਅਦ ਜਿਹੜਾ ਗੁਰਜੰਟ ਨੂੰ ਜਿਹੜਾ ਹੈ ਆਪਣਾ ਨਿਸ਼ਾਨਾ ਬਣਾਉਂਦੇ ਨੇ। ਹਾਲਾਂਕਿ 12 ਗੋਲੀਆਂ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ ਕਿ ਬੱਚੀਆਂ ਨੇ 12 ਰਾਉਂਡ ਦੇ ਲਗਭਗ ਜਿਹੜੀ ਹੈ ਫਾਇਰਿੰਗ ਦੱਸੀ ਜਾ ਰਹੀ ਹੈ ਕਿ ਹੋਈ ਹੈ। ਜਿਸ ਤੋਂ ਬਾਅਦ ਹਾਲਾਂਕਿ ਪੁਲਿਸ ਨੇ ਫਸਟ ਇਨਵੈਸਟੀਗੇਸ਼ਨ ਕੀਤੀ। ਫਸਟ ਇਨਵੈਸਟੀਗੇਸ਼ਨ ਦੇ ਵਿੱਚ ਕਈ ਅਹਿਮ ਖੁਲਾਸੇ ਵੀ ਜਿਹੜੇ ਨੇ ਦੱਸਿਆ ਜਾ ਰਿਹਾ ਕਿ ਨਿਕਲ ਕੇ ਆਏ ਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਕਈ ਰਾਉਂਡ ਜਿਹੜੀ ਹੈ ਫਾਇਰਿੰਗ ਜਿਹੜੀ ਹੈ ਇਸ ਦੁਕਾਨ ਦੇ ਅੰਦਰ ਹੋਈ ਹੈ। ਇਹ ਉਹ ਤਸਵੀਰਾਂ ਨੇ ਦੁਕਾਨ ਦੀਆਂ ਜਿੱਥੇ ਜਿਹੜੀ ਹੈ ਫਾਇਰਿੰਗ ਹੋਈ ਹੈ। ਇਹ ਸਾਹਮਣੇ ਮੱਥੇ ਦੇ ਕੈਮਰਾ ਲੱਗਾ ਹੋਇਆ ਹੈ। ਇਸ ਤੋਂ ਰਿਕਾਰਡ ਹੋਣ ਦੇ ਬਾਅਦ ਅੰਦਰ ਜਾਂਦੇ ਨੇ, ਅੰਦਰ ਇੱਕ ਸ਼ੀਸ਼ੇ ਵਾਲਾ ਦਰਵਾਜ਼ਾ ਆਉਂਦਾ ਹੈ ਜਿਸ ਤੋਂ ਬਾਅਦ ਸ਼ੂਟਰ ਜਿਹੜੇ ਨੇ ਅੰਦਰ ਚਲੇ ਜਾਂਦੇ ਨੇ ਅਤੇ ਕੱਪੜਾ ਦਿਖਾਉਣ ਦੀ ਮੰਗ ਕਰਦੇ ਨੇ ਕਿ ਇੱਥੇ ਕੱਪੜਾ ਦਿਖਾਇਆ ਜਾਵੇ। ਹਾਲਾਂਕਿ ਜਦੋਂ ਗੁਰਜੰਟ ਵੱਲੋਂ ਇਸ ਜਗ੍ਹਾ ਦੇ ਉੱਪਰ ਕੱਪੜੇ ਵਗੈਰਾ ਉੱਥੇ ਦਿਖਾਏ ਜਾ ਰਹੇ ਸੀ ਤਾਂ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਨੂੰ ਇੱਥੇ ਸ਼ੂਟਰਾਂ ਵੱਲੋਂ ਜਿਹੜਾ ਹੈ ਅੰਜਾਮ ਦਿੱਤਾ ਗਿਆ। ਵੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਸ ਥਾਂ ਦੀਆਂ ਤਸਵੀਰਾਂ ਵੀ, ਇਸ ਦੁਕਾਨ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਜਿੱਥੇ ਸਾਡੇ ਸਹਿਯੋਗੀ ਇਸ ਸਮੇਂ ਪਹੁੰਚੇ ਹੋਏ ਨੇ ਔਰ ਇਸ ਤਰ੍ਹਾਂ ਲੱਗ ਰਿਹਾ ਕਿ ਬਹੁਤ ਚੱਲਣ ਵਾਲੀ ਸੜਕ ਹੈ, ਯਾਨੀ ਕਿ ਸੜਕ ਦੇ ਉੱਤੇ ਆਵਾਜਾਈ ਬਹੁਤ ਵੱਡੇ ਪੱਧਰ ਤੇ ਰਹਿੰਦੀ ਹੈ। ਹਾਲਾਂਕਿ ਇਹ ਜ਼ਰੂਰ ਲੱਗ ਰਿਹਾ ਕਿ ਵੱਡੀ ਸੜਕ ਹੈ, ਇੱਥੇ ਗੱਡੀਆਂ ਬਾਈਕ ਜਾਂ ਕੁਝ ਲੈ ਕੇ ਜਾਣਾ ਜਾਂ ਉੱਥੋਂ ਨਿਕਲਣਾ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈ। ਮੈਂ ਇੱਕ ਵਾਰ ਰੁਕ ਕਰਦਾ ਫਿਰ ਤੋਂ ਸਿਧਾਰਥ ਇੱਕ ਹੋਰ ਚੀਜ਼ ਸਮਝਾਓ ਇਸ ਪੂਰੇ ਮਾਮਲੇ ਦੇ ਵਿੱਚ। ਪੁਲਿਸ ਇਸ ਪੂਰੇ ਮਾਮਲੇ ਨੂੰ ਗੈਂਗਸਟਰਾਂ ਵਾਲੇ ਐਂਗਲ ਤੋਂ ਤਾਂ ਦੇਖ ਰਹੀ ਹੈ। ਇਹ ਫਿਰੌਤੀ ਰੰਗਦਾਰੀ ਕੋਈ ਪਹਿਲਾਂ ਕੰਪਲੇਂਟ ਪੁਲਿਸ ਦੇ ਕੋਲ ਪਹੁੰਚੀ ਸੀ ਕਿਉਂਕਿ ਰੰਗਦਾਰੀ ਮੰਗੀ ਗਈ, ਪਰਿਵਾਰ ਕਹਿ ਰਿਹਾ ਕਿ 20 ਲੱਖ ਰੁਪਏ ਮੰਗ ਲਿਆ ਗਿਆ ਕਿ ਉਸ ਤੋਂ ਬਾਅਦ ਪੁਲਿਸ ਨੇ ਕੋਈ ਐਕਸ਼ਨ ਲਿਆ ਸੀ, ਕੋਈ ਸਿਕਿਉਰਿਟੀ ਦਿੱਤੀ ਹੋਵੇ ਜਾਂ ਕੋਈ ਕਦਮ ਪੁੱਟਿਆ ਹੋਵੇ ਇਸ ਪੂਰੇ ਮਾਮਲੇ ਦੇ ਵਿੱਚ ਇਸ ਵਾਰਦਾਤ ਤੋਂ ਪਹਿਲਾਂ। ਚਲੋ ਮੈਂ ਕੋਸ਼ਿਸ਼ ਕਰਾਂਗਾ ਦੁਬਾਰਾ ਗੱਲਬਾਤ ਹੋ ਸਕੇ। ਸਾਡੇ ਸਹਿਯੋਗੀ ਸਿਧਾਰਥ ਅਰੋੜਾ ਮੌਕੇ ਦੇ ਉੱਤੇ ਮੌਜੂਦ ਨੇ। ਸਿਧਾਰਥ, ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ? ਲੱਗ ਰਿਹਾ ਸਿਧਾਰਥ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਪੂਰੀ ਥਾਂ ਦੀ ਤੁਹਾਨੂੰ ਤਫਸੀਲ ਨਾਲ ਸਮਝਾ ਸਕੀਏ, ਦਿਖਾ ਸਕੀਏ। ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ, ਇੱਕ ਵੱਡੀ ਬਿਲਡਿੰਗ ਤੁਹਾਨੂੰ ਨਜ਼ਰ ਆ ਰਹੀ ਹੈ, ਇੱਕ ਚੁਰਾਹਾ ਟੀ ਪੁਆਇੰਟ ਤੁਸੀਂ ਕਹਿ ਸਕਦੇ ਹੋ ਉੱਥੇ ਨਜ਼ਰ ਆ ਰਿਹਾ ਹੈ ਔਰ ਉਸ ਟੀ ਪੁਆਇੰਟ ਦੇ ਉੱਤੇ ਹੀ ਉਹਨਾਂ ਦੀ ਦੁਕਾਨ ਹੈ ਔਰ ਉੱਥੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਰਨਤਾਰਨ ਕਤਲकांड ਦੇ ਵਿੱਚ ਇਹ ਪੂਰੀ ਘਟਨਾ ਜਾਂ ਪੂਰਾ ਅਪਡੇਟ ਇਸ ਸਮੇਂ ਅਸੀਂ ਤੁਹਾਨੂੰ ਦੱਸ ਰਹੇ ਹਾਂ। ਗੈਂਗਸਟਰ ਲੰਡਾ ਦੇ ਵੱਲੋਂ ਵੀ ਇੱਕ ਪੋਸਟ ਪਾ ਦਿੱਤੀ ਗਈ ਜਿਹੜੀ ਜ਼ਿੰਮੇਵਾਰੀ ਲਈ ਗਈ ਹੈ। ਜ਼ਿੰਮੇਵਾਰੀ ਕੀ ਲਈ ਹੈ ਪੋਸਟ ਪਾ ਕੇ? ਇਹ ਪੋਸਟ ਸਿਰਫ ਜ਼ਿੰਮੇਵਾਰੀ ਨਹੀਂ ਹੈ, ਇਹ ਪੋਸਟ ਚੇਤਾਵਨੀ ਹੈ, ਧਮਕੀ ਹੈ, ਤੁਸੀਂ ਕਹਿ ਸਕਦੇ ਹੋ ਕਿ ਪੁਲਿਸ ਨੂੰ ਧਮਕੀ ਸਿੱਧੇ ਤੌਰ ਦੇ ਉੱਤੇ ਦਿੱਤੀ ਗਈ। ਲਿਖਿਆ ਗਿਆ ਹੈ ਗੁਰਜੰਟ ਪੁਲਿਸ ਦੇ ਨਾਲ ਮਿਲ ਕੇ ਗਿਆ ਸੀ ਤੇ ਉਸਨੇ ਮੇਰੇ ਭਰਾ ਦੀ ਭੱਟੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਗੁਰਜੰਟ ਪੁਲਿਸ ਫੋਰਸ ਜੁਆਇਨ ਕਰਨ ਵਾਲਾ ਸੀ। ਮੈਂ ਉਸਦੇ ਪਰਿਵਾਰ ਤੋਂ ਫਿਰੌਤੀ ਵੀ ਮੰਗੀ ਸੀ ਪਰ ਕਿਸੇ ਦੋਸਤ ਦੇ ਕਹਿਣ ਦੇ ਉੱਤੇ ਬਗੈਰ ਫੈਸਲੇ ਉਸ ਨੂੰ ਛੱਡ ਦਿੱਤਾ ਅਤੇ ਫਿਰ ਗੁਰਜੰਟ ਪੁਲਿਸ ਦਾ ਦਲਾਲ ਬਣ ਗਿਆ। ਅਸੀਂ ਕਿਸੇ ਦਲਾਲ ਨੂੰ ਨਹੀਂ ਛੱਡਾਂਗੇ। ਪੋਸਟ ਦੇ ਵਿੱਚ ਲੰਡਾ ਨੇ ਪੁਲਿਸ ਨੂੰ ਵੀ ਵਾਰਨਿੰਗ ਦਿੱਤੀ ਤੇ ਲਿਖਿਆ ਹੈ ਕਿ ਪਹਿਲਾਂ ਦੀ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਜਾ ਕੇ ਪਰਿਵਾਰਾਂ ਜਾਂ ਰਿਸ਼ਤੇਦਾਰਾਂ ਨੂੰ ਤੰਗ ਨਾ ਕੀਤਾ ਜਾਵੇ। ਅਗਲੀ ਵਾਰ ਆਪਣੇ ਘਰਾਂ ਦੇ ਵਿੱਚ ਵੀ ਉਹ ਪਹੁੰਚ ਜਾਣਗੇ। ਯਾਨੀ ਇਸ ਦੇ ਵਿੱਚ ਕਿਹਾ ਗਿਆ ਕਿ ਤੁਸੀਂ ਸਾਡੇ ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ ਤੰਗ ਨਾ ਕਰੋ, ਅਸੀਂ ਤੁਹਾਡੇ ਘਰਾਂ ਦੇ ਵਿੱਚ, ਯਾਨੀ ਪੁਲਿਸ ਨੂੰ ਇਹ ਧਮਕੀ ਹੈ ਕਿ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਜਾਵਾਂਗੇ। ਔਰ ਇਸ ਸਭ ਦੇ ਵਿਚਾਲੇ ਇਹ ਵੀ ਕਹਿ ਰਹੇ ਹਾਂ ਕਿ ਪੁਲਿਸ ਆਪਣੀ ਬਣਦੀ ਕਾਰਵਾਈ ਕਰੇ, ਪਰ ਜੇ ਤੁਸੀਂ ਪਹਿਲਾਂ ਵਾਂਗ ਸਾਡੇ ਘਰਾਂ 'ਚ ਜਾ ਕੇ ਰਿਸ਼ਤੇਦਾਰਾਂ ਨੂੰ ਪਰੇਸ਼ਾਨ ਕੀਤਾ ਤਾਂ ਅਸੀਂ ਅਗਲੀ ਵਾਰ ਤੁਹਾਡੇ ਘਰਾਂ ਦੇ ਵਿੱਚ ਜਾਵਾਂਗੇ। ਯਾਨੀ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦੇਵਾਂਗੇ। ਇਹ ਪੁਲਿਸ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ। ਤੁਸੀਂ 35-40 ਮੁੰਡੇ ਆਪਣੇ ਦਲਾਲ ਦੇ ਕਹਿਣ ਦੇ ਉੱਤੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤੇ ਜੋ ਕਿ ਨਿਰਦੋਸ਼ ਸੀ। ਜਿਹੜਾ ਵੀ ਸਾਡੇ ਨਾਲ ਗੱਦਾਰੀ ਕਰੇਗਾ ਉਹਦੇ ਲਈ ਮੁਆਫੀ ਨਹੀਂ, ਮੌਤ ਹੈ। ਤਾਂ ਹੁਣ ਸਵਾਲ ਇਹੀ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਪੁਲਿਸ ਹੁਣ ਇਸ ਪੂਰੇ ਗੈਂਗਸਟਰ ਜਾਂ ਪੂਰੇ ਨੈਕਸਸ ਨੂੰ ਤੋੜੇਗੀ। ਗੁਰਗੇ ਪੰਜਾਬ ਦੇ ਵਿੱਚ ਨੇ, ਗੁਰਗੇ ਤਾਂ ਤਰਨਤਾਰਨ ਦੇ ਵਿੱਚ ਸੀ ਜਿਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਕਿ ਪੰਜਾਬ 'ਚ ਜੇ ਹੁਣ ਕਿਸੇ ਨੂੰ ਧਮਕੀ ਪਹੁੰਚਦੀ ਹੈ ਤਾਂ ਫਿਰ ਪੁਲਿਸ ਉਸ ਦੇ ਲਈ ਕੀ ਐਕਸ਼ਨ ਲਏਗੀ? ਕੋਈ ਵੀ ਟਾਰਗੇਟ ਦੇ ਉੱਤੇ ਹੋ ਸਕਦਾ ਹੈ।
ਟਾਰਗੇਟ ਦੇ ਉੱਤੇ ਕੋਈ ਵੀ ਹੋ ਸਕਦਾ ਹੈ। ਜੇਕਰ ਫੋਨ ਆਉਂਦਾ ਹੈ ਤਾਂ ਫਿਰ ਲੋਕ ਇਹ ਜਾਣਨਾ ਚਾਹੁੰਦੇ ਨੇ, ਪੰਜਾਬ ਦੇ ਪੰਜਾਬੀ ਜਾਣਨਾ ਚਾਹੁੰਦੇ ਨੇ ਕਿ ਜੇ ਧਮਕੀ ਵਾਲਾ ਫੋਨ ਆਇਆ, ਲੰਡਾ, ਗੋਲਡੀ ਬਰਾੜ ਜਾਂ ਕੋਈ ਹੋਰ ਬੈਠਾ ਗੈਂਗਸਟਰ ਫੋਨ ਕਰ ਦਵੇ ਜਾਂ ਉਹਨਾਂ ਦਾ ਨਾਮ ਲੈ ਕੇ ਕੋਈ ਕਰ ਦਵੇ ਤਾਂ ਫਿਰ ਪੰਜਾਬ ਦੇ ਲੋਕ ਕੀ ਕਰਨ ਪੁਲਿਸ ਕੋਲ ਜਾਣ ਕੇ ਨਾ ਜਾਣ। ਜੇ 5 ਲੱਖ 10 ਲੱਖ 20 ਲੱਖ ਮੰਗਿਆ ਜਾਂਦਾ ਤਾਂ ਕੀ ਕੀਤਾ ਜਾਵੇ? ਕਿ ਵਾਕਈ ਪੁਲਿਸ ਦੇ ਕੋਲ ਕੋਈ ਇਸ ਪੂਰੇ ਮਾਮਲੇ 'ਚ ਜਵਾਬ ਹੈ ਜਾਂ ਨਹੀਂ ਹੈ? ਪਰ ਵੱਡਾ ਸਵਾਲ ਇਹ ਹੈ 24 ਘੰਟਿਆਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਖਾਲੀ ਨੇ। ਦੋ ਲੋਕਾਂ ਦੇ ਉੱਤੇ ਇਲਜ਼ਾਮ ਹੈ ਜਿਨ੍ਹਾਂ ਨੇ ਗੋਲੀਆਂ ਚਲਾਈਆਂ। 4 ਲੋਕਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ। ਪਰ ਸਵਾਲ ਇਹ ਹੈ ਕਿ ਇਹ ਕਿਵੇਂ ਬੰਦ ਹੋਏਗਾ? ਇਹ ਲੰਡੇ ਜਾਂ ਗੋਲਡੀ ਬਰਾੜ ਦੀਆਂ ਧਮਕੀਆਂ ਕਦੋਂ ਖਤਮ ਹੋਣਗੀਆਂ? ਇਹ ਨੈਕਸਸ ਕਿਵੇਂ ਤੋੜਿਆ ਜਾਏਗਾ? ਇੱਕ ਬਹੁਤ ਵੱਡਾ ਸਵਾਲ ਹੈ।